ਵੈਰੀ ਗੁੱਡ ਆਫਟਰਨੂਨ ਸਟੂਡੈਂਟਸ। ਬੱਚੋ ਤੁਸੀਂ ਠੀਕ ਹੋ? ਵੈਰੀ ਗੁੱਡ। ਪਿਆਰੇ ਬੱਚੋ, ਅੱਜ ਅਸੀਂ ਪੰਜਾਬੀ ਪਾਠ ਪੁਸਤਕ ਦਾ ਪਾਠ 20 ਕਿਰਤ ਦਾ ਮੁੱਲ ਪਾਠ ਨੂੰ ਕਰਾਂਗੇ। ਤੁਸੀਂ ਸਾਰੇ ਬੱਚੇ ਆਪਣੀ ਪੰਜਾਬੀ ਪਾਠ ਪੁਸਤਕ ਦਾ ਪੇਜ ਨੰਬਰ 109 ਨਿਕਾਲੋ। ਬੱਚੋ, ਕਿਰਤ ਦਾ ਮੁੱਲ। ਕਿਰਤ ਕੀ ਹੁੰਦੀ ਹੈ? ਮਿਹਨਤ। ਕਿਰਤ ਕੀ ਹੁੰਦੀ ਹੈ? ਮਿਹਨਤ ਕਰਨਾ, ਕੰਮ ਕਰਨਾ। ਕਿਰਤ ਦਾ ਮੁੱਲ, ਜਿਹੜਾ ਇਨਸਾਨ ਮਿਹਨਤ ਕਰਦਾ ਹੈ, ਕਿਰਤ ਕਰਦਾ ਹੈ, ਉਹ ਹਮੇਸ਼ਾ ਸੁਖੀ ਰਹਿੰਦਾ ਹੈ। ਮਿਹਨਤ ਕਰਨ ਨਾਲ ਸਰੀਰ ਸਵਸਥ ਰਹਿੰਦਾ ਹੈ। ਇਮਾਨਦਾਰ ਬਣਨ ਨਾਲ ਸਮਾਜ ਵਿੱਚ ਹਮੇਸ਼ਾ ਅੱਛਾਈ ਹੁੰਦੀ ਹੈ ਤੇ ਇਮਾਨਦਾਰੀ ਨਾਲ ਜੀਵਨ ਜੀਣ ਨਾਲ ਆਤਮਾ ਵੀ ਪ੍ਰਸੰਨ ਰਹਿੰਦੀ ਹੈ। ਇਸ ਪਾਠ ਵਿੱਚ ਦੱਸਿਆ ਗਿਆ ਹੈ ਕਿ ਹੱਥੀਂ ਕਿਰਤ ਕਰਨਾ ਦਾ ਮੁੱਲ ਜ਼ਰੂਰ ਪੈਂਦਾ ਹੈ। ਹੱਥੀਂ ਕਿਰਤ, ਮਿਹਨਤ ਕਰਨ ਦਾ ਮੁੱਲ ਜ਼ਰੂਰ ਪੈਂਦਾ ਹੈ। ਗਰੀਬਦਾਸ ਜੋ 10 ਨੂੰਹਾਂ ਦੀ ਕਿਰਤ ਕਰਕੇ ਖਾਂਦਾ ਸੀ, ਉਸ ਨੂੰ ਉਸਦੇ ਇਰਾਦੇ ਤੇ ਕੋਈ ਵੀ ਦੁਨੀਆ ਦੀ ਦੌਲਤ ਡੁਲਾ ਨਹੀਂ ਸਕਦੀ। 10 ਨੂੰਹ ਦੀ ਕਿਰਤ ਇਮਾਨਦਾਰੀ ਨਾਲ ਮਿਹਨਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਤੇ ਉਸਦੇ ਇਰਾਦੇ ਨੂੰ, ਉਸਦੇ ਇਮਾਨਦਾਰੀ ਨੂੰ ਕੋਈ ਵੀ ਦੁਨੀਆ ਦਾ ਲਾਲਚ, ਦੁਨੀਆ ਦੀ ਦੌਲਤ ਡੁਲਾ ਨਾ ਸਕੀ। ਅਰਥਾਤ ਗਰੀਬਦਾਸ ਦੀ ਇਮਾਨਦਾਰੀ ਨੂੰ ਕੋਈ ਵੀ ਦੌਲਤ ਜਿੱਤ ਨਾ ਸਕੀ। ਉਸ ਨੂੰ ਇਸ ਦਾ ਮੁੱਲ ਰਾਜੇ ਦੇ ਦਰਬਾਰ ਵਿੱਚ ਹੀ ਮਿਲਿਆ ਤੇ ਉਸ ਨੂੰ ਇਸ ਚੀਜ਼ ਦਾ ਮੁੱਲ ਰਾਜੇ ਦੇ ਦਰਬਾਰ ਵਿੱਚ ਮਿਲਿਆ। ਬੱਚੋ, ਕਿਰਤ ਦਾ ਮੁੱਲ ਪਾਠ, ਇਸ ਕਹਾਣੀ ਨੂੰ ਅਸੀਂ ਪੜ੍ਹਾਂਗੇ। ਤੁਸੀਂ ਸਾਰੇ ਬੱਚੇ ਮੇਰੇ ਨਾਲ ਨਾਲ ਆਪਣੀ ਕਿਤਾਬ ਵਿੱਚ ਇਸ ਪਾਠ ਨੂੰ ਪੜ੍ਹੋਗੇ ਵੀ। ਸ਼ੁਰੂ ਕਰੀਏ ਬੱਚੋ, ਚਲੋ। ਗਰੀਬਦਾਸ ਇੱਕ ਮੋਚੀ ਸੀ। ਮੋਚੀ ਕੌਣ ਹੁੰਦਾ ਬੱਚੋ? ਜਿਹੜੇ ਸਾਡੇ ਜੁੱਤੀਆਂ ਚੱਪਲ ਦੀ ਮੁਰੰਮਤ ਕਰਦਾ ਹੈ। ਚੱਪਲ ਟੁੱਟ ਜਾਏ, ਜੁੱਤੀ ਟੁੱਟ ਜਾਏ, ਪਾਲਿਸ਼ ਕਰ ਦਿੰਦਾ ਹੈ, ਉਸਦੀ ਮੁਰੰਮਤ ਕਰਦਾ ਹੈ। ਗਰੀਬਦਾਸ ਇੱਕ ਮੋਚੀ ਸੀ। ਉਹ ਪਿੰਡ ਵਿੱਚ ਰਹਿੰਦਾ ਸੀ। ਉਹ ਪੁੱਜ ਕੇ ਇਮਾਨਦਾਰ ਸੀ। ਪੁੱਜ ਕੇ ਪੱਕਾ ਇਮਾਨਦਾਰ ਸੀ। ਉਹ ਹਲੀਮੀ ਵਿੱਚ ਰਹਿਣ ਵਾਲਾ ਬੰਦਾ ਸੀ। ਹਲੀਮੀ ਕੀ ਹੁੰਦੀ ਹੈ? ਇਮਾਨਦਾਰੀ ਵਿੱਚ। ਹਲੀਮੀ ਕੀ ਹੁੰਦੀ ਹੈ? ਇਮਾਨਦਾਰੀ ਦੇ ਵਿੱਚ ਰਹਿਣ ਵਾਲਾ ਬੰਦਾ ਸੀ। ਹਲੀਮੀ ਕੀ ਹੁੰਦੀ ਹੈ ਬੱਚੋ? ਇਮਾਨਦਾਰੀ ਵਿੱਚ ਰਹਿਣ ਵਾਲਾ ਉਹ ਬੰਦਾ ਸੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਆਪਣਾ ਕੰਮ ਕਰਦਾ ਤੇ ਖੁਸ਼ ਰਹਿੰਦਾ, ਨਿਮਰਤਾ ਦੇ ਨਾਲ ਆਪਣਾ ਕੰਮ ਕਰਦਾ, ਵਿੱਚ ਜੁਟਿਆ ਰਹਿੰਦਾ। ਇੱਕ ਦਿਨ ਗਰੀਬਦਾਸ ਦੇ ਦੇਸ਼ ਦਾ ਰਾਜਾ ਆਪਣੇ ਵਜ਼ੀਰਾਂ ਨਾਲ ਪ੍ਰਜਾ ਦੀ ਖੁਸ਼ਹਾਲੀ ਬਾਰੇ ਚਰਚਾ ਕਰ ਰਿਹਾ ਸੀ। ਬੈਠੇ ਬੈਠੇ ਜ਼ਿਕਰ ਛਿੜ ਗਿਆ ਕਿ ਹੁਣ ਉਸਦੇ ਰਾਜ ਵਿੱਚ ਬੇਈਮਾਨੀ ਪੈਦਾ ਹੋ ਰਹੀ ਹੈ। 10 ਨੂੰਹ ਦੀ ਕਿਰਤ ਖਤਮ ਹੁੰਦੀ ਜਾ ਰਹੀ ਹੈ। ਜਦੋਂ ਇਹ ਗੱਲਾਂ ਹੋ ਰਹੀਆਂ ਸਨ ਤੇ ਇੱਕ ਮੰਤਰੀ ਨੇ ਕਿਹਾ, ਜਾਪਨਾ, ਜੋ ਆਗਿਆ ਹੋਵੇ ਤਾਂ ਛੋਟਾ ਮੂੰਹ ਵੱਡੀ ਗੱਲ ਕਰਨੀ ਚਾਹਾਂਗਾ। ਗਰੀਬਦਾਸ ਬੱਚੋ ਇੱਕ ਮੋਚੀ ਹੈ। ਉਹ ਪਿੰਡ ਵਿੱਚ ਰਹਿੰਦਾ ਹੈ ਤੇ ਉਹ ਬੜਾ ਇਮਾਨਦਾਰ ਹੈ। ਉਹ ਨਿਮਰਤਾ ਦੇ ਨਾਲ ਰਹਿੰਦਾ ਹੈ, ਸਾਰਾ ਦਿਨ ਆਪਣਾ ਕੰਮ ਕਰਦਾ ਹੈ ਤੇ ਕੰਮ ਵਿੱਚ ਜੁਟਿਆ ਰਹਿੰਦਾ ਹੈ। ਇੱਕ ਦਿਨ ਗਰੀਬਦਾਸ ਦੇ ਦੇਸ਼ ਦਾ ਰਾਜਾ ਆਪਣੇ ਵਜ਼ੀਰਾਂ ਨਾਲ ਗੱਲ ਕਰ ਰਿਹਾ ਹੈ, ਪ੍ਰਜਾ ਦੇ ਬਾਰੇ ਪੁੱਛਦਾ ਹੈ ਤੇ ਬੈਠੇ ਬੈਠੇ ਜ਼ਿਕਰ ਛਿੜ ਜਾਂਦਾ ਹੈ ਕਿ ਕੁਝ ਲੋਕ ਆਖਦੇ ਹਨ ਕਿ ਰਾਜ ਵਿੱਚ ਹੁਣ ਬੇਈਮਾਨੀ ਪੈਦਾ ਹੋ ਰਹੀ ਹੈ ਤੇ 10 ਨੂੰਹ ਦੀ ਕਿਰਤ ਖਤਮ ਹੁੰਦੀ ਜਾ ਰਹੀ ਹੈ। 10 ਨੂੰਹ ਦੀ ਕਿਰਤ, ਇਮਾਨਦਾਰੀ ਨਾਲ ਕੰਮ ਕਰਨਾ ਖਤਮ ਹੁੰਦਾ ਜਾ ਰਿਹਾ ਹੈ। ਜਦੋਂ ਇਹ ਗੱਲਾਂ ਹੋ ਰਹੀਆਂ ਸਨ ਤਾਂ ਇੱਕ ਮੰਤਰੀ ਨੇ ਕਿਹਾ, ਜਾਪਨਾ, ਜੋ ਆਗਿਆ ਹੋਵੇ ਤਾਂ ਛੋਟਾ ਮੂੰਹ ਵੱਡੀ ਗਲਾਂ। ਉਸਨੇ ਕਹਾ ਕਿ ਰਾਜਾ, ਅਗਰ ਕੋਈ ਆਗਿਆ ਹੋਵੇ ਤੇ ਮੈਂ ਕੋਈ ਗੱਲ ਕਹਾਂ ਤੁਹਾਨੂੰ। ਰਾਜੇ ਨੇ ਉਤਸੁਕਤਾ ਨਾਲ ਪੁੱਛਿਆ, ਦੱਸੋ। ਉਤਸੁਕਤਾ ਕੀ ਹੁੰਦੀ ਹੈ? ਬੜੇ ਜੋਸ਼ ਨਾਲ। ਰਾਜੇ ਨੇ ਬੜੇ ਜੋਸ਼ ਨਾਲ ਪੁੱਛਿਆ, ਦੱਸੋ। ਮੰਤਰੀ ਹੌਸਲਾ ਕਰਕੇ ਬੋਲਿਆ, ਮਹਾਰਾਜ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਪ ਜੀ ਦੇ ਰਾਜ ਵਿੱਚ ਬੇਈਮਾਨੀ ਫੈਲਣ ਦੀਆਂ ਖਬਰਾਂ ਸੱਚੀਆਂ ਹਨ, ਪਰ ਇਹ ਬੇਈਮਾਨੀ ਛੋਟੇ ਕਿੱਤਿਆਂ ਵਾਲੇ ਲੋਕ ਘੱਟ ਅਤੇ ਵੱਡੇ ਲੋਕ ਕਰ ਰਹੇ ਸਨ। ਤੇ ਉਹ ਮੰਤਰੀ ਹੌਸਲਾ ਕਰਕੇ ਬੋਲਿਆ, ਮਹਾਰਾਜ,
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਾਜ ਦੇ ਵਿੱਚ ਕਿਧਰ ਬੇਈਮਾਨੀ ਫੈਲਣ ਦੀਆਂ ਖਬਰਾਂ ਸੱਚੀਆਂ ਹਨ, ਪਰ ਬੇਈਮਾਨੀ ਛੋਟੇ ਕਿੱਤੇ ਦੇ ਲੋਕ ਨਹੀਂ ਕਰਦੇ, ਜਿਹੜੇ ਵੱਡੇ ਕੰਮ ਕਰਦੇ ਹਨ ਉਹ ਕਰਦੇ ਹਨ। ਰਾਜੇ ਨੇ ਪੁੱਛਿਆ, ਗੱਲ ਸਾਫ਼-ਸਾਫ਼ ਕਹੋ ਕਿ ਕੀ ਕਹਿਣਾ ਚਾਹੁੰਦੇ। ਫਿਰ ਰਾਜੇ ਨੇ ਉਸ ਮੰਤਰੀ ਨੂੰ ਕਿਹਾ ਕਿ ਤੁਸੀਂ ਗੱਲ ਸਾਫ਼-ਸਾਫ਼ ਕਹੋ, ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਮੰਤਰੀ ਬੋਲਿਆ, ਆਪ ਜੀ ਦਾ ਪ੍ਰਜਾ ਵਿੱਚ ਜਿਹੜੇ ਗਰੀਬ ਲੋਕ ਹਨ ਉਹ ਇਮਾਨਦਾਰ ਹਨ ਅਤੇ ਦਸਾਂ ਨੂੰ ਦੀ ਕਿਰਤ ਵਿੱਚ ਵਿਸ਼ਵਾਸ ਰੱਖਦੇ ਹਨ। ਇਹ ਸਭ ਕੁਝ ਮੈਂ ਆਪਣੀ ਅੱਖੀਂ ਤੱਕ ਚੁੱਕਾ ਹਾਂ। ਮੰਤਰੀ ਨੇ ਕੀ ਬੋਲਿਆ ਕਿ ਤੁਹਾਡੀ ਪ੍ਰਜਾ ਵਿੱਚ ਜਿਹੜੇ ਗਰੀਬ ਲੋਕ ਹਨ ਉਹ ਇਮਾਨਦਾਰ ਹਨ ਅਤੇ ਉਹ ਆਪਣੀ ਮਿਹਨਤ ਦੇ ਨਾਲ ਦਸਾਂ ਨੋਆਂ ਦੀ ਕਿਰਤ ਕਰਕੇ ਵਿਸ਼ਵਾਸ ਰੱਖਦੇ ਹਨ। ਇਹ ਸਭ ਕੁਝ ਮੈਂ ਆਪਣੇ ਹੱਥੀਂ ਅੱਖਾਂ ਨਾਲ ਦੇਖ ਚੁੱਕੀ ਹਾਂ। ਇਹ ਬੱਚੋ ਚਿੱਤਰ ਹੈ, ਰਾਜਾ ਅਤੇ ਜਿਹੜੇ ਮੰਤਰੀ ਆਪਸ ਵਿੱਚ ਗੱਲ ਕਰ ਰਹੇ ਹਨ। ਇਸ ਦੀ ਮਿਸਾਲ ਹੈ ਇੱਕ ਮੋਚੀ, ਉਸ ਦਾ ਨਾਂ ਹੈ ਗਰੀਬਦਾਸ। ਉਹ ਇੱਕ ਪਿੰਡ ਵਿੱਚ ਰਹਿੰਦਾ ਹੈ ਅਤੇ ਉਹ ਉਸ ਦੀ ਇਮਾਨਦਾਰੀ ਦੀ ਚਰਚਾ ਦੂਰ ਦੂਰ ਤੱਕ ਹੈ। ਉਸ ਮੰਤਰੀ ਨੇ ਕਿਹਾ ਕਿ ਇਸ ਦੀ ਮਿਸਾਲ ਕੀ ਹੁੰਦੀ ਹੈ, ਉਦਾਹਰਨ। ਇਸ ਦੀ ਉਦਾਹਰਨ ਕੀ ਹੈ, ਇੱਕ ਮੋਚੀ ਹੈ, ਉਸ ਦਾ ਨਾਂ ਹੈ ਗਰੀਬਦਾਸ ਅਤੇ ਉਹ ਇੱਕ ਪਿੰਡ ਵਿੱਚ ਰਹਿੰਦਾ ਹੈ ਅਤੇ ਉਸ ਦੀ ਇਮਾਨਦਾਰ ਦੀ ਚਰਚਾ ਦੂਰ ਦੂਰ ਤੱਕ ਹੈ। ਵਾਹ ਵਾਹ, ਰਾਜਾ ਖੁਸ਼ ਹੋ ਕੇ ਬੋਲਿਆ, ਫਿਰ ਤੇ ਮੈਂ ਉਸ ਮੋਚੀ ਦੀ ਇਮਾਨਦਾਰੀ ਜ਼ਰੂਰ ਪਰਖਣੀ ਚਾਹਾਂਗਾ, ਉਹ ਵੀ ਅੱਜ। ਰਾਜਾ ਨੇ ਕਿਹਾ, ਵਾਹ ਵਾਹ, ਖੁਸ਼ ਹੋ ਕੇ ਬੋਲਿਆ ਰਾਜਾ, ਫਿਰ ਵੀ ਮੈਂ ਉਸ ਮੋਚੀ ਦੀ ਇਮਾਨਦਾਰੀ ਦੀ ਪ੍ਰੀਖਿਆ ਲੈਣੀ ਚਾਹਾਂਗਾ, ਉਹ ਵੀ ਅੱਜ ਹੀ। ਰਾਜੇ ਨੇ ਮੰਤਰੀ ਕੋਲੋਂ ਗਰੀਬਦਾਸ ਦਾ ਪਤਾ ਟਿਕਾਣਾ ਪੁੱਛ ਲਿਆ ਅਤੇ ਉਸ ਨੂੰ ਮਿਲਣ ਲਈ ਰਵਾਨਾ ਹੋ ਗਿਆ। ਰਾਜੇ ਨੇ ਮੰਤਰੀ ਕੋਲ ਉਸ ਮੋਚੀ ਦਾ ਟਿਕਾਣਾ ਪੁੱਛਿਆ ਅਤੇ ਉਸ ਨੂੰ ਮਿਲਣ ਲਈ ਚੱਲ ਪਿਆ। ਉਧਰੋਂ ਗਰੀਬਦਾਸ ਦਿਨ ਭਰ ਕੰਮ ਕਰਨ ਤੋਂ ਬਾਅਦ ਆਪਣੇ ਟਿਕਾਣੇ 'ਤੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ ਅਤੇ ਅਚਾਨਕ ਹੀ ਉਸ ਕੋਲ ਇੱਕ ਆਦਮੀ ਆਇਆ ਅਤੇ ਉਸਨੇ ਗਰੀਬਦਾਸ ਵੱਲ ਭੇਖ ਧਾਰਿਆ ਹੋਇਆ ਸੀ। ਉਸਨੇ ਖੇਸ ਦੀ ਬੁੱਕਲ ਮਾਰੀ ਹੋਈ ਸੀ, ਅਸਲ ਵਿੱਚ ਉਹ ਉਸ ਦੇਸ਼ ਦਾ ਰਾਜਾ ਸੀ। ਉਧਰ ਗਰੀਬਦਾਸ ਸੀ, ਸਾਰਾ ਦਿਨ ਦਾ ਕੰਮ ਕਰਨ ਤੋਂ ਬਾਅਦ ਆਪਣੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ। ਅਚਾਨਕ ਉਸ ਕੋਲ ਇੱਕ ਆਦਮੀ ਆਇਆ, ਉਸਨੇ ਗਰੀਬ ਆਦਮੀ ਵੱਲ ਭੇਸ ਧਾਰਿਆ ਹੋਇਆ ਸੀ, ਗਰੀਬਦਾਸ ਦਾ ਰੂਪ ਬਣਾਇਆ ਹੋਇਆ ਸੀ ਅਤੇ ਉਹ ਖੇਸ ਦੀ ਬੁੱਕਲ ਮਾਰੀ ਹੋਈ ਸੀ। ਅਸਲ ਵਿੱਚ ਉਹ ਬੱਚੋ ਕੌਣ ਸੀ? ਉਸ ਦੇਸ਼ ਦਾ ਰਾਜਾ ਸੀ। ਰਾਜਾ ਗਰੀਬਦਾਸ ਨਾਲ ਪਹਿਲਾਂ ਤਾਂ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਰਿਹਾ, ਫਿਰ ਉਸਨੂੰ ਕਹਿਣ ਲੱਗਾ, ਜੰਗਲ ਤੋਂ ਪਰਾਲੇ ਇਲਾਕੇ ਦਾ ਚੋਰ ਹੈ, ਜੇ ਤੂੰ ਮੇਰੇ ਨਾਲ ਚੋਰੀ ਕਰਨ ਲੱਗ ਪਵੇਂ ਤਾਂ ਮੈਂ ਤੈਨੂੰ ਚੋਰੀ ਕੀਤੇ ਮਾਲ ਵਿੱਚ ਅੱਧਾ ਹਿੱਸਾ ਦੇ ਦੇਵਾਂਗਾ। ਫਿਰ ਰਾਜਾ ਨੇ ਝੂਠ ਮੂਠ ਪਹਿਲੇ ਉਹਨਾਂ ਨਾਲ ਗੱਲਾਂ ਕਰਦਾ ਰਿਹਾ, ਫਿਰ ਉਸਨੂੰ ਝੂਠ ਮੂਠ ਕਿਹਾ ਕਿ ਮੈਂ ਜੰਗਲ ਦੇ ਪਰਲੇ ਇਲਾਕੇ, ਜੰਗਲ ਦੇ ਦੂਜੇ ਪਾਸੇ ਇਲਾਕਾ ਹੈ, ਮੈਂ ਉਸ ਦਾ ਚੋਰ ਹਾਂ, ਜੇ ਤੂੰ ਮੇਰੇ ਨਾਲ ਚੋਰੀ ਕਰਨ ਲੱਗ ਪਵੇਂ ਤਾਂ ਮੈਂ ਤੈਨੂੰ ਚੋਰੀ ਦੇ ਜਿਹੜਾ ਮਾਲ ਹੋਏਗਾ ਉਹ ਅੱਧਾ ਹਿੱਸਾ ਤੈਨੂੰ ਦੇ ਦੇਵਾਂਗਾ। ਤੈਨੂੰ ਇਸ ਮੋਚੀ ਖਾਨੀ ਦੇ ਕੰਮ ਵਿੱਚ ਕੀ ਬਚਦਾ ਹੋਵੇਗਾ? ਸਾਰਾ ਦਿਨ ਸਿਰ ਕੁੱਟ ਕੇ ਜੁੱਤੀਆਂ ਗੱਡਦਾ ਰਹਿਣਾ ਹੈ ਅਤੇ ਸ਼ਾਮ ਤੱਕ ਤੈਨੂੰ ਮਸੇ 5-7 ਆਨੇ ਹੋਣਗੇ। ਮੈਂ ਤਾਂ ਇੱਕ ਰਾਤ ਵਿੱਚ ਸੰਨ ਲਗਾ ਕੇ ਸੈਂਕੜਿਆਂ ਦਾ ਮਾਲ ਚੁਰਾ ਲੈਣਾ ਹਾਂ। ਇੱਥੇ ਤੱਕ ਮੈਂ ਰਾਜੇ ਦੇ ਮਹਿਲ ਨੂੰ ਵੀ ਨਹੀਂ ਬਖਸ਼ਿਆ, ਉੱਥੇ ਇੱਕ ਵਾਰੀ ਕੀਮਤੀ ਹਾਰ ਚੁਰਾ ਕੇ ਲੈ ਆਇਆ ਸੀ। ਸੋ ਮੇਰੀ ਮਨ, ਮੇਰੇ ਨਾਲ ਮਿਲ ਕੇ ਕੰਮ ਕਰ, ਤੇਰੀ ਗਰੀਬੀ ਖਤਮ ਹੋ ਜਾਵੇਗੀ ਅਤੇ ਤੂੰ 2 ਡੰਗ ਚੰਗੀ ਰੋਟੀ ਖਾ ਸਕੇਗਾ। ਰਾਜਾ ਨੇ ਉਸ ਨੂੰ ਕਿਹਾ ਕਿ ਤੈਨੂੰ ਮੋਚੀ ਦੇ ਕੰਮ ਕਰਨ ਵਿੱਚ ਕੀ ਬਚਦਾ ਹੋਏਗਾ? ਸਾਰਾ ਦਿਨ ਤੇ ਤੂੰ ਜੁੱਤੀਆਂ ਗੜਦਾ ਰਹਿਣਾ, ਥੱਕ ਜਾਣਾ ਅਤੇ ਮਸੇ 5-7 ਆਨੇ ਹੀ ਬਣਦੇ ਹੋਣਗੇ। ਮੈਂ ਤੇ ਇੱਕ ਰਾਤ, ਚੋਰ ਕੀ ਕਹਿੰਦਾ, ਮੈਂ ਤੇ ਇੱਕ ਰਾਤ ਸੰਨ ਲਾ ਕੇ, ਸੰਨ ਕੀ ਹੁੰਦਾ? ਦੀਵਾਰ ਨੂੰ ਪਾੜ ਕੇ ਕਿਸੇ ਦੇ ਘਰ ਮੋਟਾ ਮਾਲ ਚੋਰੀ ਕਰ ਲੈਣਾ ਹਾਂ ਅਤੇ ਸ਼ਾਮ ਤੱਕ ਤੇ ਮੈਂ ਰਾਜੇ ਚੋਰੀ ਕਰਦਾ ਹਾਂ ਅਤੇ ਮੈਂ ਤੇ ਰਾਜੇ ਦੇ ਮਹਿਲ ਨੂੰ ਵੀ ਨਹੀਂ ਬਖਸ਼ਿਆ। ਉਸਨੇ ਕੀ ਦੱਸਿਆ ਕਿ ਮੈਂ ਤੇ ਰਾਜੇ ਦੇ ਮਹਿਲ ਵਿੱਚ ਵੀ ਚੋਰੀ ਕੀਤੀ ਹੈ ਅਤੇ ਉੱਥੇ ਕੀਮਤੀ ਹਾਰ ਚੁਰਾ ਕੇ ਲੈ ਆਇਆ ਸੀ। ਸੋ ਮੇਰੀ ਮਨ ਕਿ ਤੂੰ ਮੇਰੇ ਨਾਲ ਮਿਲ ਕੇ ਕੰਮ ਕਰ, ਤੇਰੀ ਗਰੀਬੀ ਖਤਮ ਹੋ ਜਾਏਗੀ ਅਤੇ ਤੂੰ ਚੰਗੀ ਰੋਟੀ ਖਾਏਗਾ। 2 ਡੰਗ 2 ਸਮਾਂ ਦੀ ਜਿਹੜੀ ਰੋਟੀ ਹੈ ਤੂੰ ਵਧੀਆ ਖਾਏਗਾ। ਗਰੀਬਦਾਸ ਨੇ ਗਰੀਬਦਾਸ ਨੇ ਬੜੀ ਗਹਿਰਾਈ ਨਾਲ ਰਾਜੇ ਨੂੰ ਵੇਖਿਆ, ਫਿਰ ਬੜੇ ਧੀਰਜ ਦੇ ਨਾਲ ਬੋਲਿਆ, ਨਾ ਭਾਈ ਨਾ,
ਮੈਨੂੰ ਕੀ ਲੋੜ ਹੈ ਚੋਰੀਆਂ ਕਰਨ ਦੀ। ਮੈਨੂੰ ਰੱਬ ਨੇ 2 ਹੱਥ ਕਮਾ ਕੇ ਖਾਣ ਲਈ ਦਿੱਤੇ ਹਨ, ਫਿਰ ਮੈਂ ਕਿਉਂ ਅਜੇ ਭੈੜੇ ਕੰਮ ਕਰਾਂ ਜਿਸ ਨਾਲ ਜੱਗ ਵਿੱਚ ਮੇਰੀ ਬਦਨਾਮੀ ਹੋਵੇ। ਜਿਹੜਾ ਬੰਦਾ ਮਿਹਨਤ ਕਰਕੇ ਰੋਟੀ ਨਹੀਂ ਕਮਾ ਸਕਦਾ ਉਹ ਜ਼ਿੰਦਗੀ ਵਿੱਚ ਸਫਲ ਨਹੀਂ ਹੋ ਸਕਦਾ। ਮੈਂ ਆਪਣੀ ਮਿਹਨਤ ਕਰਕੇ ਸ਼ਾਮ ਨੂੰ ਜਿੰਨੇ ਪੈਸੇ ਕਮਾਉਂਦਾ ਹਾਂ ਉਹਨਾਂ ਨਾਲ ਹੀ ਸੰਤੁਸ਼ਟ ਹੋ ਜਾਂਦਾ ਹਾਂ। ਚੈਨ ਦੀ ਨੀਂਦ ਸੌਂਦਾ ਹਾਂ, ਨਾ ਮੈਨੂੰ ਕੋਈ ਡਰ ਹੈ ਨਾ ਕੋਈ ਚਿੰਤਾ, ਇਸ ਲਈ ਮੈਨੂੰ ਤੇਰੇ ਨਾਲ ਅਜਿਹਾ ਕੰਮ ਕਰਨਾ ਮਨਜ਼ੂਰ ਨਹੀਂ ਹੈ। ਗਰੀਬਦਾਸ ਨੇ ਰਾਜੇ ਨੂੰ ਬੜੇ ਧਿਆਨ ਨਾਲ ਵੇਖਿਆ, ਫਿਰ ਬੜੇ ਧੀਰਜ ਦੇ ਨਾਲ, ਬੜੀ ਨਰਮਤਾ ਦੇ ਨਾਲ ਉਸ ਨੂੰ ਕਿਹਾ, ਬੜੇ ਧੀਰਜ ਨਾਲ, ਬੜੇ ਹੌਸਲੇ ਨਾਲ ਉਸ ਨੂੰ ਕਿਹਾ ਕਿ ਮੈਨੂੰ ਤੇ ਰੱਬ ਨੇ 2 ਹੱਥ ਨਾ ਭਾਈ ਨਾ, ਮੈਨੂੰ ਕੀ ਲੋੜ ਹੈ ਚੋਰੀਆਂ ਕਰਨ ਦੀ, ਮੈਨੂੰ ਕੀ ਜ਼ਰੂਰਤ ਹੈ ਕਿ ਮੈਂ ਚੋਰੀ ਕਰਾਂ। ਮੈਨੂੰ ਰੱਬ ਨੇ 2 ਹੱਥ ਦਿੱਤੇ ਹਨ ਕਮਾ ਕੇ ਖਾਣ ਲਈ, ਫਿਰ ਮੈਂ ਕਿਉਂ ਅਜੇ ਭੈੜੇ ਕੀ ਹੁੰਦੇ ਬੁਰੇ ਕੰਮ ਕਰਾਂ ਜਿਸ ਨਾਲ ਜੱਗ ਵਿੱਚ ਮੇਰੀ ਬਦਨਾਮੀ ਹੋਵੇ, ਮੇਰੀ ਦੁਨੀਆ ਵਿੱਚ ਬਦਨਾਮੀ ਹੋਵੇ। ਜਿਹੜਾ ਬੰਦਾ ਰੋਟੀ ਨਹੀਂ ਕਮਾ ਸਕਦਾ ਉਹ ਜ਼ਿੰਦਗੀ ਵਿੱਚ ਸਫਲ ਨਹੀਂ ਹੋ ਸਕਦਾ। ਮੈਂ ਆਪਣੀ ਮਿਹਨਤ ਕਰਕੇ ਸ਼ਾਮ ਨੂੰ ਜਿੰਨੇ ਪੈਸੇ ਕਮਾਉਂਦਾ ਹਾਂ ਉਹਨਾਂ ਨਾਲ ਹੀ ਸੰਤੁਸ਼ਟ ਹੋ ਜਾਂਦਾ। ਚੈਨ ਦੀ ਨੀਂਦ ਸੌਂਦਾ ਹਾਂ, ਨਾ ਮੈਨੂੰ ਕੋਈ ਡਰ ਹੈ ਨਾ ਮੈਨੂੰ ਕੋਈ ਚਿੰਤਾ, ਇਸ ਲਈ ਮੈਨੂੰ ਤੇਰੇ ਨਾਲ ਅਜਿਹਾ ਕੰਮ ਕਰਨਾ ਮਨਜ਼ੂਰ ਨਹੀਂ। ਇਹ ਬੱਚੋ ਗਰੀਬ ਬੰਦਾ ਹੈ ਜਿਹੜਾ ਮੋਚੀ ਦੇ ਕੋਲ ਬੈਠਾ ਹੈ ਤੇ ਉਸ ਨੂੰ ਚੋਰੀ ਕਰਨ ਲਈ ਕਹਿ ਰਿਹਾ ਹੈ। ਰਾਜੇ ਨੇ ਉਸ ਨੂੰ ਆਪਣੀ ਚੋਰੀ ਲਈ ਮਨਾਉਣ ਲਈ ਕਈ ਘੜੀਆਂ ਕੀ ਹੁੰਦੀਆਂ, ਕਈ ਕਹਾਣੀਆਂ, ਕਈ ਯਤਨ ਕੀਤੇ, ਪਰ ਉਹ ਟਸ ਤੋਂ ਮਸ ਨਾ ਹੋਇਆ। ਪਰ ਉਹ ਆਪਣੀ ਗੱਲ ਤੇ ਅੜਿਆ ਰਿਹਾ ਕਿ ਉਸਨੇ ਚੋਰੀ ਨਹੀਂ ਕਰਨੀ। ਦਾਲ ਕਲਦੀ ਨਾ ਵੇਖ ਕੇ ਰਾਜਾ ਉਸ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਸੋਚਣ ਲੱਗਾ ਕਿ ਉਹਦੇ ਮੰਤਰੀ ਨੇ ਜੋ ਉਸ ਬਾਰੇ ਕਿਹਾ ਸੀ ਉਹ ਠੀਕ ਸੀ। ਜਦੋਂ ਉਸਨੇ ਰਾਜੇ ਦੀ ਗੱਲ ਨਾ ਮੰਨੀ ਤਾਂ ਰਾਜਾ ਸੋਚਣ ਲੱਗਿਆ, ਬੜਾ ਪ੍ਰਭਾਵਿਤ ਹੋਇਆ ਤੇ ਉਹ ਸੋਚਣ ਲੱਗਿਆ ਕਿ ਜੋ ਮੋਚੀ ਦੇ ਬਾਰੇ ਮੰਤਰੀ ਨੇ ਆਖਿਆ ਸੀ ਉਹ ਬਿਲਕੁਲ ਸਹੀ ਆਖਿਆ ਸੀ। ਰਾਜਾ ਵਾਪਸ ਮਹਿਲਾਂ ਵਿੱਚ ਆ ਗਿਆ। ਰਾਜਾ ਅੰਦਰੋਂ ਅੰਦਰ ਖੁਸ਼ ਸੀ, ਪਰ ਅਜੇ ਵੀ ਉਸਦੇ ਮਨ ਨੂੰ ਟਿਕਾ ਨਹੀਂ ਆਇਆ ਸੀ। ਰਾਜਾ ਉਸਦੀ ਇਸ ਘਟਨਾ ਤੋਂ ਬਾਅਦ ਮਹਿਲ ਵਿੱਚ ਆ ਗਿਆ। ਉਹ ਅੰਦਰੋਂ ਬੜਾ ਖੁਸ਼ ਸੀ, ਪਰ ਹਜੇ ਵੀ ਉਸ ਨੂੰ ਅੰਦਰੋਂ ਪੱਕਾ ਵਿਸ਼ਵਾਸ ਨਹੀਂ ਸੀ। ਹਜੇ ਵੀ ਉਹ ਮੋਚੀ ਦੀ ਇਮਾਨਦਾਰੀ ਪਰਖਣਾ ਚਾਹੁੰਦਾ ਸੀ। ਉਸਨੇ ਰਾਣੀ ਨੂੰ ਇਹ ਗੱਲ ਦੱਸੀ ਤਾਂ ਰਾਣੀ ਬੋਲੀ, ਦੁਨੀਆ ਵਿੱਚ 10 ਦੀ ਕਿਰਤ ਕਰਨ ਵਾਲੇ ਕਦੇ ਭੁੱਖੇ ਨਹੀਂ ਰਹਿ ਸਕਦੇ, ਕਿਉਂਕਿ ਉਹਨਾਂ ਕੋਲ ਸਬਰ ਸੰਤੋਖ ਦੀ ਦੌਲਤ ਹੁੰਦੀ ਹੈ। ਰਾਜੇ ਨੇ ਰਾਣੀ ਨੂੰ ਦੱਸਿਆ ਤੇ ਰਾਣੀ ਨੇ ਕਿਹਾ ਕਿ ਦੁਨੀਆ ਵਿੱਚ ਜਿਹੜਾ ਬੰਦਾ ਵੀ ਮਿਹਨਤ ਦੇ ਨਾਲ ਕਮਾਈ ਕਰਦਾ ਹੈ ਉਹ ਕਦੇ ਵੀ ਭੁੱਖਾ ਨਹੀਂ ਮਰਦਾ, ਕਿਉਂਕਿ ਉਹਨਾਂ ਕੋਲ ਕੀ ਹੁੰਦਾ, ਸਬਰ ਸੰਤੋਖ ਦੀ, ਜਿੰਨਾ ਉਹਨਾਂ ਨੂੰ ਮਿਲ ਜੇ ਉਨੇ ਵਿੱਚ ਉਹ ਖੁਸ਼ ਰਹਿੰਦੇ ਹਨ। ਉਹਨਾਂ ਕੋਲ ਸਬਰ ਸੰਤੋਖ ਦਾ ਧਨ ਹੁੰਦਾ ਹੈ। ਇਸ ਕਰਕੇ ਪਰ ਮੇਰੇ ਮਨ ਵਿੱਚ ਹਜੇ ਵੀ ਇੱਕ ਸ਼ੱਕ ਹੈ, ਰਾਜੇ ਨੇ ਰਾਣੀ ਨੂੰ ਕਿਹਾ। ਪਰ ਰਾਜੇ ਨੇ ਰਾਣੀ ਨੂੰ ਕੀ ਕਿਹਾ ਕਿ ਮੇਰੇ ਮਨ ਵਿੱਚ ਹਜੇ ਵੀ ਇੱਕ ਸ਼ੱਕ ਹੈ। ਰਾਜੇ ਨੇ ਉਤਸੁਕਤਾ ਨਾਲ ਪੁੱਛਿਆ, ਉਹ ਕੀ? ਆਪਣਾ ਸ਼ੱਕ ਜ਼ਰੂਰ ਦੂਰ ਕਰ ਲੈਣਾ ਚਾਹੀਦਾ ਹੈ। ਤੇ ਰਾਜੇ ਨੇ ਕਿਹਾ, ਮੈਨੂੰ ਇਹ ਸ਼ੱਕ ਹੈ ਕਿ ਉਹ ਮੋਚੀ ਨੇ ਮੈਨੂੰ ਪਛਾਣ ਲਿਆ ਹੈ। ਰਾਜਾ ਰਾਣੀ ਨੂੰ ਆਖਦਾ, ਮੈਨੂੰ ਸ਼ੱਕ ਹੈ ਕਿ ਮੋਚੀ ਨੇ ਮੈਨੂੰ ਪਛਾਣ ਲਿਆ ਹੈ। ਤੇ ਰਾਣੀ ਨੇ ਕਿਹਾ, ਮੈਂ ਤਾਂ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਜੇ ਮਨ ਵਿੱਚ ਸ਼ੱਕ ਹੈ ਤਾਂ ਉਸ ਨੂੰ ਦੂਰ ਕਰ ਲੈਣਾ ਚਾਹੀਦਾ ਹੈ, ਇੱਕ ਵਾਰੀ ਹੋਰ ਪ੍ਰੀਖਿਆ ਲੈ ਲਓ। ਤੇ ਰਾਣੀ ਨੇ ਕਿਹਾ ਕਿ ਅਗਰ ਤੁਹਾਡੇ ਮਨ ਵਿੱਚ ਸ਼ੱਕ ਹੈ ਤੇ ਤੁਸੀਂ ਸ਼ੱਕ ਨੂੰ ਦੂਰ ਕਰੋ ਤੇ ਇੱਕ ਵਾਰੀ ਹੋਰ ਉਸਦੀ ਪ੍ਰੀਖਿਆ ਲੈ ਲਓ। ਰਾਜਾ ਇੱਕਦਮ ਬੋਲਿਆ, ਬਹੁਤ ਵਧੀਆ, ਮੈਂ ਇੱਕ ਵਾਰ ਉਸ ਨੂੰ ਫਿਰ ਪਰਖਾਂਗਾ। ਰਾਜੇ ਨੇ ਫਿਰ ਕਿਹਾ, ਮੈਂ ਉਸ ਨੂੰ ਫਿਰ ਪਰਖਾਂਗਾ। ਹੁਣ ਰਾਜੇ ਨੇ ਇੱਕ ਅਮੀਰ ਆਦਮੀ ਦਾ ਭੇਸ ਬਣਾਇਆ। ਉਹਨੇ ਆਪਣੇ ਪੈਰਾਂ ਵਿੱਚ ਕੜਵੀ ਜੁੱਤੀ ਪਾਈ। ਆਪਣੇ ਪੈਰਾਂ ਵਿੱਚ ਉਸਨੇ ਗੜਵੀ ਜੁੱਤੀ ਪਾਈ ਹੋਈ ਸੀ, ਜੋ ਕਿ ਤਰ੍ਹਾਂ ਦੇ ਕੀਮਤੀ ਮੋਤੀਆਂ ਨਾਲ ਜੁੜੀ ਹੋਈ ਸੀ। ਜੁੱਤੀ ਦਾ ਇੱਕ ਪੈਰ ਥੋੜਾ ਟੁੱਟਿਆ ਹੋਇਆ ਸੀ। ਹੁਣ ਰਾਜੇ ਨੇ ਕੀ ਕੀਤਾ, ਇੱਕ ਅਮੀਰ ਆਦਮੀ ਦਾ ਰੂਪ ਧਾਰ ਲਿਆ ਤੇ ਪੈਰਾਂ ਵਿੱਚ ਜੁੱਤੀ ਪਾਈ, ਜਿਹੜੀ ਕਿ ਹੀਰਿਆਂ ਮੋਤੀਆਂ ਨਾਲ ਗੱਡੀ ਹੋਈ ਸੀ। ਤੇ ਜੁੱਤੀ ਦਾ ਇੱਕ ਪੈਰ ਥੋੜਾ ਟੁੱਟਿਆ ਹੋਇਆ ਸੀ।
ਰਾਜਾ ਮੋਚੀ ਕੋਲ ਆਇਆ ਅਤੇ ਉਸ ਨੂੰ ਕਹਿਣ ਲੱਗਾ, ਇਹ ਜੁੱਤੀ ਮੇਰੇ ਆਉਂਦੇ ਤੱਕ ਠੀਕ ਕਰ ਦੇਈਂ, ਮੈਂ ਕੋਈ ਜ਼ਰੂਰੀ ਕੰਮ ਜਾ ਰਿਹਾ ਹਾਂ, ਅੱਧੇ ਕੁ ਘੰਟੇ ਪਿੱਛੇ ਵਾਪਸ ਆ ਜਾਣਾ। ਰਾਜਾ ਮੋਚੀ ਕੋਲ ਆਇਆ, ਉਸਨੇ ਕਿਹਾ ਕਿ ਇਸ ਜੁੱਤੀ ਨੂੰ ਠੀਕ ਕਰ ਦੇਈਂ ਅਤੇ ਮੈਂ ਅੱਧੇ ਘੰਟੇ ਤੱਕ ਵਾਪਸ ਆਵਾਂਗਾ ਅਤੇ ਆਪਣੀ ਇਹ ਜੁੱਤੀ ਵਾਪਸ ਲੈ ਜਾਵਾਂਗਾ। ਇੰਨਾ ਕਹਿੰਦਿਆਂ ਹੀ ਰਾਜੇ ਨੇ ਆਪਣੀ ਜੁੱਤੀ ਉਸਨੂੰ ਮੋਚੀ ਨੂੰ ਦੇ ਦਿੱਤੀ। ਮੋਚੀ ਨੇ ਇੱਕ ਪੁਰਾਣੀ ਜਿਹੀ ਜੁੱਤੀ ਰਾਜੇ ਅੱਗੇ ਦਿੱਤੀ। ਰਾਜਾ ਉਹ ਜੁੱਤੀ ਪਾ ਕੇ ਚਲਾ ਗਿਆ। ਰਾਜਾ ਸੋਚਣ ਲੱਗਾ, ਉਹ ਮੋਚੀ ਉਹ ਕੀਮਤੀ ਜੁੱਤੀ ਲੈ ਕੇ ਦੌੜ ਜਾਵੇਗਾ ਅਤੇ ਇਸ ਤਰ੍ਹਾਂ ਪਤਾ ਲੱਗ ਜਾਏਗਾ ਕਿ ਉਹ ਕਿੰਨਾ ਇਮਾਨਦਾਰ ਅਤੇ ਨੇਕ ਹੈ। ਇਹ ਵੀ ਸਪਸ਼ਟ ਹੋ ਜਾਵੇਗਾ ਕਿ ਉਹ ਕਿਸ ਹੱਦ ਤੱਕ ਆਪਣੇ ਹੱਕ ਦੀ ਕਮਾਨ ਖਾਣ ਵਾਲਾ ਆਦਮੀ ਹੈ। ਰਾਜਾ ਸੋਚਣ ਲੱਗਾ ਕਿ ਉਹ ਜਿਹੜਾ ਮੋਚੀ ਹੈ ਉਹ ਕੀਮਤੀ ਜੁੱਤੀ ਲੈ ਕੇ ਭੱਜ ਜਾਵੇਗਾ ਅਤੇ ਇਸ ਤਰ੍ਹਾਂ ਉਸ ਦੀ ਇਮਾਨਦਾਰੀ ਦਾ ਵੀ ਪਤਾ ਲੱਗ ਜਾਏਗਾ। ਇਹ ਵੀ ਸਪਸ਼ਟ ਹੋ ਜਾਏਗਾ ਕਿ ਉਹ ਕਿਸ ਹੱਦ ਤੱਕ ਆਪਣੇ ਹੱਕ ਦੀ ਕਮਾਈ ਖਾਉਂਦਾ। ਇਹ ਬੱਚੋ ਚਿੱਤਰ ਉਹ ਹੈ ਜਿਹੜਾ ਕਿ ਰਾਜਾ ਉਸਨੂੰ ਜੁੱਤੀ ਕੱਢਣ ਦੇਣ ਲਈ ਆਖਦਾ ਹੈ। ਅਗਲਾ ਹੈ ਬੱਚੋ, ਰਾਜੇ ਨੇ ਗਰੀਬਦਾਸ ਨੂੰ ਅੱਧੇ ਘੰਟੇ ਤੱਕ ਵਾਪਸ ਮੁੜਨ ਬਾਰੇ ਕਿਹਾ, ਪਰ ਸ਼ਾਮ ਹੋ ਗਈ, ਰਾਜਾ ਨਾ ਆਇਆ ਤੇ ਰਾਜੇ ਦੀ ਜੁੱਤੀ ਠੀਕ ਕਰਕੇ ਆਪਣੀ ਇੱਕ ਛੋਟੀ ਜਿਹੀ ਪੇਟੀ ਵਿੱਚ ਰੱਖ ਲਈ। ਤੀਜੇ ਦਿਨ ਰਾਜਾ ਫਿਰ ਭੇਸ ਧਾਰ ਕੇ ਗਰੀਬਦਾਸ ਕੋਲ ਆਇਆ ਅਤੇ ਆਪਣੀ ਜੁੱਤੀ ਦੀ ਮੰਗ ਕਰਨ ਲੱਗਾ। ਮੋਚੀ ਨੇ ਰਾਜੇ ਦੀ ਉਹੀ ਜੁੱਤੀ ਲੱਕੜ ਦੀ ਇੱਕ ਛੋਟੀ ਜਿਹੀ ਪੇਟੀ ਵਿੱਚੋਂ ਕੱਢ ਕੇ ਉਸ ਦੇ ਅੱਗੇ ਰੱਖ ਦਿੱਤੀ। ਰਾਜੇ ਨੇ ਗਰੀਬਦਾਸ ਨੂੰ ਕੀ ਕਿਹਾ ਸੀ ਕਿ ਉਹ ਅੱਧੇ ਘੰਟੇ ਤੱਕ ਵਾਪਸ ਆ ਜਾਏਗਾ, ਪਰ ਸ਼ਾਮ ਹੋ ਗਈ ਤੇ ਰਾਜਾ ਵਾਪਸ ਨਾ ਆਇਆ। ਤੇ ਉਸ ਮੋਚੀ ਨੇ ਕੀ ਕੀਤਾ, ਉਸ ਜੁੱਤੀ ਨੂੰ ਠੀਕ ਕੀਤਾ ਤੇ ਇੱਕ ਛੋਟੀ ਜਿਹੀ ਪੇਟੀ ਵਿੱਚ ਰੱਖ ਦਿੱਤਾ। 3 ਦਿਨ ਬਾਅਦ ਜਿਹੜਾ ਰਾਜਾ ਹੈ ਉਹ ਆਪਣੀ ਜੁੱਤੀ ਲੈਣ ਲਈ ਭੇਸ ਧਾਰ ਕੇ ਗਰੀਬਦਾਸ ਕੋਲ ਆਇਆ ਤੇ ਆਪਣੀ ਜੁੱਤੀ ਦੀ ਮੰਗ ਕਰਨ ਲੱਗਾ। ਮੋਚੀ ਨੇ ਰਾਜੇ ਦੀ ਉਹ ਜੁੱਤੀ ਲੱਕੜ ਦੀ ਇੱਕ ਛੋਟੀ ਜਿਹੀ ਪੇਟੀ ਵਿੱਚ ਕੱਢ ਕੇ ਉਸ ਦੇ ਅੱਗੇ ਰੱਖ ਦਿੱਤੀ। ਰਾਜਾ ਖੁਸ਼ ਹੋ ਗਿਆ। ਰਾਜੇ ਨੇ ਗਰੀਬਦਾਸ ਦੀਆਂ 2 ਪ੍ਰੀਖਿਆ ਲਈਆਂ ਸਨ, ਉਹ ਦੋਵਾਂ ਵਿੱਚ ਸਫਲ ਹੋਇਆ ਸੀ। ਹੁਣ ਰਾਜੇ ਨੇ ਗਰੀਬਦਾਸ ਦੀ ਤੀਜੀ ਅਤੇ ਅੰਤਿਮ ਪ੍ਰੀਖਿਆ ਲੈਣ ਦੀ ਸੋਚੀ। ਰਾਜੇ ਨੇ ਇੱਕਦਮ ਫੁਰਮਾਨ ਫੁਰਿਆ। ਉਸਨੇ ਆਪਣੇ ਗਲ ਵਿੱਚ ਆਪਣੇ ਸੋਨੇ ਦੀ ਜੰਜੀਰੀ ਲਾ ਕੇ ਦਿੰਦਿਆਂ ਕਿਹਾ, ਲੈ ਯਾਰ ਤੇਰੀ ਮਿਹਨਤ। ਹੁਣ ਰਾਜੇ ਨੇ ਉਸਦੀ 2 ਪ੍ਰੀਖਿਆ ਲੈ ਲਈ ਅਤੇ ਉਹ ਰਾਜੇ ਨੇ ਕੀ ਵੇਖਿਆ ਕਿ ਉਸਦੀ ਜੁੱਤੀ ਉਵੇਂ ਦੀ ਉਵੇਂ ਹੈ। ਹੁਣ ਰਾਜੇ ਨੇ ਉਸਨੇ ਤੀਜੀ ਤੇ ਅੰਤਿਮ ਪ੍ਰੀਖਿਆ ਲੈਣ ਦੀ ਸੋਚੀ। ਰਾਜੇ ਨੇ ਕੀ ਕੀਤਾ, ਇੱਕਦਮ ਫੁਰਨਾ ਫੁਰਿਆ, ਇੱਕਦਮ ਫਟਾਫਟ ਆਪਣੇ ਗਲੇ ਵਿੱਚ ਸੋਨੇ ਦੀ ਚੈਨ ਜੰਜੀਰੀ ਉਤਾਰੀ ਤੇ ਉਸਨੂੰ ਦੇ ਦਿੱਤੀ। ਕਿਸ ਨੂੰ ਦੇ ਦਿੱਤੀ? ਮੋਚੀ ਨੂੰ। ਲੈ ਯਾਰ ਤੇਰੀ ਮਿਹਨਤ। ਉਸਨੇ ਕੀ ਕਿਹਾ? ਲੈ ਯਾਰ ਤੇਰੀ ਮਿਹਨਤ। ਨਹੀਂ ਨਹੀਂ ਭਾਈ ਸਾਹਿਬ, ਮੇਰੀ ਮਿਹਨਤ ਦੀ ਇੰਨੀ ਕੀਮਤ ਨਹੀਂ ਬਣਦੀ। ਮੇਰੀ ਮਿਹਨਤ ਤਾਂ ਸਿਰਫ 2 ਆਨੇ ਹੀ ਬਣਦੀ ਹੈ। ਮੈਨੂੰ ਕੇਵਲ 2 ਆਨੇ ਹੀ ਚਾਹੀਦੇ ਹਨ। ਤੇ ਫਿਰ ਮੋਚੀ ਨੇ ਕਿਹਾ, ਨਹੀਂ ਨਹੀਂ ਭਾਈ, ਮੇਰੀ ਮਿਹਨਤ ਇੰਨੀ ਨਹੀਂ ਬਣਦੀ। ਮੇਰੀ ਮਿਹਨਤ ਸਿਰਫ 2 ਆਨੇ ਦੀ ਬਣਦੀ ਹੈ ਅਤੇ ਮੈਨੂੰ ਕੇਵਲ 2 ਆਨੇ ਹੀ ਚਾਹੀਦੇ ਹਨ। ਮੋਚੀ ਨੇ ਉਸਦੀ ਸੋਨੇ ਦੀ ਜੰਜੀਰੀ ਉਸਨੂੰ ਵਾਪਸ ਕਰਦਿਆਂ ਕਿਹਾ ਤੇ ਮੋਚੀ ਨੇ ਰਾਜੇ ਨੂੰ ਸੋਨੇ ਦੀ ਜੰਜੀਰੀ ਵਾਪਸ ਕਰਦਿਆਂ ਕਿਹਾ। ਰਾਜੇ ਨੇ ਉਹਦੇ ਕੋਲ ਆਪਣੀ ਸੋਨੇ ਦੀ ਜੰਜੀਰੀ ਲੈ ਲਈ ਅਤੇ ਉਹ ਆਪਣੀ ਜੇਬ ਵਿੱਚ ਲੈ ਕੇ 2 ਆਨੇ ਕੱਢ ਕੇ ਦੇ ਦਿੱਤੀ। ਅਗਲੇ ਦਿਨ ਗਰੀਬਦਾਸ ਜੁੱਤੀਆਂ ਕੱਢਣ ਵਿੱਚ ਮਸਤ ਸੀ। ਅਚਾਨਕ ਹੀ ਰਾਜੇ ਦੇ ਸਿਪਾਹੀ ਉਸਦੇ ਅੱਗੇ ਆ ਖੜੇ ਹੋਏ ਤੇ ਉਹਨਾਂ ਨੇ ਹੁਕਮ ਕਿਹਾ ਕਿ ਉਹ ਬੜੇ ਇੱਜ਼ਤ ਮਾਣ ਨਾਲ ਗਰੀਬਦਾਸ ਨੂੰ ਇਸ ਮਹਿਲ ਵਿੱਚ ਲਿਆਉਣਾ ਚਾਹੁੰਦੇ ਹਨ। ਅਗਲੇ ਦਿਨ ਰਾਜੇ ਦੇ ਸਿਪਾਹੀ ਉਸਦੇ ਅੱਗੇ ਖੜੇ ਹੋ ਗਏ ਤੇ ਉਹਨਾਂ ਨੇ ਉਸਨੂੰ ਹੁਕਮ ਦਿੱਤਾ ਕਿ ਬੜੀ ਇੱਜ਼ਤ ਅਤੇ ਮਾਣ ਦੇ ਨਾਲ ਗਰੀਬਦਾਸ ਨੂੰ ਮਹਿਲਾਂ ਵਿੱਚ ਲਿਆਇਆ ਜਾਏ। ਸਿਪਾਹੀ ਗਰੀਬਦਾਸ ਨੂੰ ਮਹਿਲਾਂ ਵਿੱਚ ਲੈ ਆਏ। ਉਹਨਾਂ ਨੇ ਆਪਣੇ ਮਹਿਲ ਵਿੱਚ ਆਉਂਦਿਆਂ ਵੇਖ ਕੇ ਰਾਜਾ ਆਪਣੇ ਸਿੰਘਾਸਨ 'ਤੇ ਉੱਠ ਖਲੋਤਾ ਅਤੇ ਉਸ ਨੂੰ ਗਲ ਲਾ ਲਿਆ। ਗਰੀਬਦਾਸ ਨੇ ਇਹ ਭੇਦ ਸਮਝ ਨਾ ਆਇਆ। ਜਦੋਂ ਸਿਪਾਹੀ ਗਰੀਬਦਾਸ ਨੂੰ ਮਹਿਲਾਂ ਵਿੱਚ ਲੈ ਕੇ ਆਏ ਤੇ ਜਿਹੜਾ ਰਾਜਾ ਸੀ ਆਪਣੇ ਸਿੰਘਾਸਨ ਤੋਂ ਉੱਠ ਖੜਾ ਹੋਇਆ ਤੇ ਖਲੋਤਾ ਹੋਇਆ ਖੜਾ ਹੋਇਆ ਤੇ ਉਸ ਨੂੰ ਗਲੇ ਨਾਲ ਲਾ ਲਿਆ। ਪਰ ਗਰੀਬਦਾਸ ਨੂੰ ਇਹ ਸਮਝ ਹੀ ਨਹੀਂ ਆਇਆ ਕਿ ਰਾਜਾ ਉਸ ਨੂੰ ਗਲੇ ਨਾਲ ਕਿਉਂ ਲਾ ਰਿਹਾ ਹੈ। ਰਾਜਾ ਉਸ ਨੂੰ ਇੱਕ ਵਿਸ਼ੇਸ਼ ਕਮਰੇ ਵਿੱਚ ਲੈ ਗਿਆ। ਉਸਨੇ ਉਹਨਾਂ ਨੇ ਸਾਰੀ ਘਟਨਾਵਾਂ ਤੋਂ ਜਾਣੂ ਕਰਵਾਇਆ ਜਿਹੜੀਆਂ ਉਸਨੇ ਮੋਚੀ ਦੇ ਨਾਲ ਭੇਸ ਬਦਲ ਕੇ ਗੁਪਤ ਢੰਗ ਨਾਲ ਕੀਤੀਆਂ ਸਨ। ਜਦੋਂ ਗਰੀਬਦਾਸ ਨੂੰ ਇਹ ਸਭ ਕੁਝ ਸਮਝ ਆਇਆ ਤੇ ਉਹ ਉਸਨੇ ਰਾਜਾ ਅੱਗੇ ਹੱਥ ਜੋੜੇ। ਰਾਜੇ ਨੇ ਗਰੀਬਦਾਸ ਨੂੰ ਆਪਣੇ ਮਹਿਲਾਂ ਵਿੱਚ ਹੀ ਸਦਾ ਲਈ ਰਹਿਣ ਦੀ ਪੇਸ਼ ਕੀਤੀ
ਰਾਜਾ ਨੇ ਉਹਨੂੰ ਸਾਰੀ ਘਟਨਾਵਾਂ ਦੱਸ ਦਿੱਤੀਆਂ ਕਿ ਕਿਵੇਂ ਉਸਨੇ ਭੇਸ ਬਦਲ ਕੇ ਤੇਰੀ ਪ੍ਰੀਖਿਆ ਲਈ ਹੈ। ਪਰ ਰਾਜੇ ਨੇ ਗਰੀਬਦਾਸ ਨੂੰ ਆਪਣੇ ਮਹਿਲਾਂ ਵਿੱਚ ਸਦਾ ਲਈ ਹਮੇਸ਼ਾ ਲਈ ਰਹਿਣ ਲਈ ਕਿਹਾ। ਤੇ ਉਸਨੇ ਮੋਚੀ ਨੇ ਬੜੀ ਨਿਮਰਤਾ ਨਾਲ ਕਿਹਾ, ਮਹਾਰਾਜ ਮੈਨੂੰ ਮਾफ़ ਕਰੋ, ਕਿਉਂਕਿ ਮੈਨੂੰ ਆਪਣਾ ਕੰਮ ਬਹੁਤ ਹੀ ਪਿਆਰਾ ਹੈ। ਮੈਂ ਆਪਣੇ ਕੰਮ ਰਾਹੀਂ ਲੋਕਾਂ ਦੀ ਸੇਵਾ ਕਰਕੇ ਹੱਕ ਦੀ ਕਮਾਈ ਕਰਨਾ ਚਾਹੁੰਦਾ ਹਾਂ। ਦਸਾਂ ਨੋਹਾਂ ਦੀ ਕਿਰਤ ਕਰਕੇ ਮੈਨੂੰ ਬਹੁਤ ਬਰਕਤ ਮਿਲੀ ਹੈ। ਜਿੰਨਾ ਸੁੱਖ ਮੈਨੂੰ ਆਪਣੀ ਕਿਰਤ 'ਚ ਮਿਲਿਆ ਹੈ ਉਹ ਮੈਂ ਬਿਆਨ ਨਹੀਂ ਕਰ ਸਕਦਾ। ਇਸ ਲਈ ਕਿਰਪਾ ਕਰਕੇ ਰਾਜੇ ਨੇ ਜਦੋਂ ਗਰੀਬਦਾਸ ਨੂੰ ਕਿਹਾ ਕਿ ਤੁਸੀਂ ਮਹਿਲਾਂ ਵਿੱਚ ਰਹੋ, ਪਰ ਮੋਚੀ ਨੇ ਗਰੀਬਦਾਸ ਨੇ ਬੜੀ ਨਿਮਰਤਾ ਨਾਲ ਕਿਹਾ, ਮਹਾਰਾਜ ਮੈਨੂੰ ਮਾफ़ ਕਰ ਦਿਓ, ਮੈਨੂੰ ਆਪਣਾ ਕੰਮ ਬਹੁਤ ਪਿਆਰਾ ਹੈ ਤੇ ਮੈਂ ਆਪਣੇ ਕੰਮ ਰਾਹੀਂ ਲੋਕਾਂ ਦੀ ਸੇਵਾ ਕਰਕੇ ਮਿਹਨਤ ਦੀ ਕਮਾਈ ਕਰਨਾ ਚਾਹੁੰਦਾ ਹਾਂ। ਦਸਾਂ ਨੋਹਾਂ ਦੀ ਕਿਰਤ ਕਰਕੇ ਮੈਨੂੰ ਬਹੁਤ ਬਰਕਤ ਮਿਲਦੀ ਹੈ। ਬਰਕਤ ਕੀ ਮਿਲਦੀ ਹੈ? ਵਾਧਾ। ਮੈਨੂੰ ਬਹੁਤ ਵਾਧਾ ਹੁੰਦਾ ਹੈ। ਜਿੰਨਾ ਸੁੱਖ ਮੈਨੂੰ ਆਪਣੀ ਕਿਰਤ ਵਿੱਚ ਹੈ, ਮਿਹਨਤ ਵਿੱਚ ਮਿਲਦਾ ਹੈ, ਉਹ ਮੈਂ ਬਿਆਨ ਨਹੀਂ ਕਰ ਸਕਦਾ। ਇਸ ਲਈ ਕਿਰਪਾ ਕਰਕੇ ਮੈਨੂੰ ਜਾਣ ਦਿਓ। ਇਹ ਮੋਚੀ ਨੇ ਰਾਜਾ ਨੂੰ ਸ਼ਬਦ ਕਹੀ। ਰਾਜਾ ਬਹੁਤ ਖੁਸ਼ ਹੋਇਆ। ਫਿਰ ਭਰੀ ਸਭਾ ਵਿੱਚ ਰਾਜੇ ਨੇ ਗਰੀਬਦਾਸ ਨੂੰ ਭਾਰੀ ਇਨਾਮ ਦੇ ਕੇ ਖੁਸ਼ੀ ਵਿਦਾ ਕਰਦਿਆਂ ਕਿਹਾ, ਜਿਹੜਾ ਆਦਮੀ ਮਿਹਨਤੀ ਅਤੇ ਦਸਾਂ ਨੋਹਾਂ ਦੀ ਕਿਰਤ ਕਰਦਾ ਹੋਵੇਗਾ ਉਹ ਗਰੀਬਦਾਸ ਨਹੀਂ, ਅਮੀਰਦਾਸ ਹੈ। ਤੁਸੀਂ ਮੇਰੀ ਪ੍ਰਜਾ ਦੇ ਹੀਰੇ ਹੋ, ਤੁਸੀਂ ਦਿਲ ਤੋਂ ਵੀ ਅਮੀਰ ਹੋ, ਮੈਂ ਤੁਹਾਨੂੰ ਨਮਸਕਾਰ ਕਰਦਾ। ਤੇ ਰਾਜੇ ਨੇ ਉਸ ਦੀ ਇਮਾਨਦਾਰੀ ਤੇ ਖੁਸ਼ ਹੋ ਕੇ ਉਸ ਨੂੰ ਇਨਾਮ ਦਿੱਤੇ। ਗਰੀਬਦਾਸ ਨੂੰ ਭਾਰੀ ਇਨਾਮ ਦਿੱਤਾ ਤੇ ਖੁਸ਼ੀ ਵਿਦਾ ਕਰਦੇ ਕੀ ਕਿਹਾ, ਜਿਹੜਾ ਆਦਮੀ ਮਿਹਨਤ ਅਤੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਦਾ ਹੈ ਉਹ ਗਰੀਬਦਾਸ ਨਹੀਂ ਹੈ, ਉਹ ਕੌਣ ਹੈ? ਅਮੀਰਦਾਸ। ਜਿਹੜਾ ਮਿਹਨਤ ਦੇ ਨਾਲ ਆਪਣੀ ਰੋਜੀ ਰੋਟੀ ਕਮਾਉਂਦਾ ਹੈ ਤੇ ਉਸ ਦੇ ਵਿੱਚ ਸੰਤੁਸ਼ਟ ਰਹਿੰਦਾ ਹੈ ਉਹ ਗਰੀਬਦਾਸ ਨਹੀਂ ਹੈ, ਉਹ ਕੀ ਹੈ? ਅਮੀਰਦਾਸ ਹੈ। ਤੁਸੀਂ ਮੇਰੀ ਪ੍ਰਜਾ ਦੇ ਕੀ ਹੋ? ਹੀਰੇ ਹੋ। ਤੁਸੀਂ ਦਿਲ ਦੇ ਅਮੀਰ ਹੋ, ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ। ਗਰੀਬਦਾਸ ਘਰ ਪਰਤਿਆ ਤੇ ਉਸ ਦੀ ਜੈ ਜੈਕਾਰ ਦੀਆਂ ਧੂਮਾਂ ਪੈ ਰਹੀਆਂ ਸਨ। ਗਰੀਬਦਾਸ ਆਪਣੇ ਘਰ ਆ ਗਿਆ ਤੇ ਮਹਿਲ ਦੇ ਵਿੱਚ ਚਾਰੋਂ ਤਰਫ ਉਸਦੇ ਜੈ ਜੈਕਾਰ ਦੀਆਂ ਧੂਮਾਂ ਹੋ ਰਹੀਆਂ ਸਨ। ਬੱਚੋ, ਇਸ ਪਾਠ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ, ਕੰਮ ਚਾਹੇ ਛੋਟਾ ਹੈ, ਕੰਮ ਚਾਹੇ ਵੱਡਾ ਹੈ, ਸਾਨੂੰ ਆਪਣੇ ਉਸ ਕੰਮ ਨੂੰ ਇਮਾਨਦਾਰੀ ਦੇ ਨਾਲ ਕਰਨਾ ਚਾਹੀਦਾ ਹੈ। ਦਸਾਂ ਨੋਹਾਂ ਦੀ ਕਿਰਤ ਕਮਾਈ ਕੀ ਹੈ? ਇਮਾਨਦਾਰੀ ਨਾਲ ਆਪਣੀ ਰੋਜੀ ਰੋਟੀ ਕਮਾਣਾ। ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਸਾਨੂੰ ਇਹ ਸਿੱਖਿਆ ਦਿੰਦੇ ਹਨ। ਕੀ ਦਿੰਦੇ ਹਨ? ਦਸਾਂ ਨੋਹਾਂ ਦੀ ਕਿਰਤ ਕਰੋ। ਦਸਾਂ ਨੋਹਾਂ ਦੀ ਆਪਣੀ ਇਮਾਨਦਾਰੀ ਨਾਲ, ਮਿਹਨਤ ਨਾਲ ਆਪਣੀ ਰੋਜੀ ਰੋਟੀ ਕਮਾਓ। ਇਮਾਨਦਾਰੀ ਨਾਲ, ਕਿਸੇ ਨਾਲ ਧੋਖਾ ਨਾ ਕਰੋ, ਕਿਸੇ ਨਾਲ ਬੇਈਮਾਨੀ ਨਾ ਕਰੋ। ਆਪਣੀ ਇਮਾਨਦਾਰੀ ਨਾਲ ਜਦੋਂ ਅਸੀਂ ਕੰਮ ਕਰਨੇ ਹਾਂ, ਇੱਕ ਤਾਂ ਸਾਨੂੰ ਸਬਰ ਸੰਤੋਖ ਰਹਿੰਦਾ ਹੈ, ਸਾਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ ਹੈ। ਦੂਜਾ ਜਿਹੜਾ ਪਰਮਾਤਮਾ ਵੀ ਹੈ ਉਹ ਉਸ ਇਮਾਨਦਾਰੀ ਦੀ ਬਰਕਤ ਜ਼ਰੂਰ ਪਾਉਂਦਾ ਹੈ। ਹੁਣ ਮੋਚੀ ਦੇਖੋ ਇਮਾਨਦਾਰ ਸੀ। ਰਾਜੇ ਨੇ ਕਿੰਨੀ ਵੀ ਪ੍ਰੀਖਿਆ ਲਈ ਪਰ ਉਹ ਨਹੀਂ ਵਿਚਲਿਤ ਹੋਇਆ, ਪਰ ਅੰਤ ਵਿੱਚ ਮਹਾਰਾਜਾ ਨੇ ਉਸ ਨੂੰ ਭਾਰੀ ਇਨਾਮ ਵੀ ਦਿੱਤਾ ਉਸ ਦੀ ਇਮਾਨਦਾਰੀ ਤੋਂ ਖੁਸ਼ ਹੋ ਕੇ। ਸਾਨੂੰ ਇਸ ਪਾਠ ਤੋਂ ਇਹ ਸਿੱਖਿਆ ਮਿਲਦੀ ਹੈ, ਸਾਨੂੰ ਵੀ ਆਪਣੇ ਜੀਵਨ ਵਿੱਚ ਇਮਾਨਦਾਰ ਬਣਨਾ ਹੈ। ਇਮਾਨਦਾਰੀ ਨਾਲ ਅਸੀਂ ਕੰਮ ਕਰਦੇ ਹੋਏ ਆਪਣੇ ਜੀਵਨ ਨੂੰ ਸਫਲ ਬਣਾਉਣਾ ਹੈ। ਅੱਜ ਤੁਸੀਂ ਛੋਟੇ ਬੱਚੇ ਹੋ, ਕੱਲ੍ਹ ਨੂੰ ਤੁਸੀਂ ਵੱਡੇ ਹੋ ਜਾਣਾ ਹੈ। ਤੁਸੀਂ ਇਮਾਨਦਾਰੀ ਦਾ ਗੁਣ ਅੱਜ ਤੋਂ ਹੀ ਆਪਣੇ ਪੱਲੇ ਪਾਓ ਕਿ ਅਸੀਂ ਕਦੇ ਵੀ ਬੇਈਮਾਨੀ ਨਹੀਂ ਕਰਨੀ, ਦੂਸਰਿਆਂ ਨਾਲ ਧੋਖਾ ਨਹੀਂ ਕਰਨਾ, ਇਮਾਨਦਾਰੀ ਨਾਲ ਆਪਣਾ ਕੰਮ ਕਰਨਾ ਹੈ। ਸਮਝ ਆ ਗਈ ਬੱਚੋ? ਇਸ ਪਾਠ ਦੀ ਇਹੀ ਸਿੱਖਿਆ ਹੈ।